ਬਾਬਾ ਜੀ ਦੇ ਇੱਥੇ ਆਉਣ ਤੋਂ ਥੋੜ੍ਹੇ ਦਿਨਾਂ ਬਾਅਦ ਇੱਕ ਮਿਸਤਰੀ ਗੱਜਣ ਸਿੰਘ ਨੂੰ ਦਰਸ਼ਨ ਹੋਏ, ਜਿਸ ਦਾ ਖੇਤ ਬਾਬਾ ਜੀ ਦੇ ਆਸਣ ਕੋਲ ਹੀ ਸੀ। ਇਹ ਮਿਸਤਰੀ ਰਾਮ ਸਿੰਘ ਪਿੰਡ ਪੁੱਚੋ ਕਲਾਂ ਦਾ ਰਹਿਣ ਵਾਲਾ ਸੀ, ਜਿਨ੍ਹਾਂ ਦੇ ਪਰਿਵਾਰ ਦਾ ਕੁਝ ਹਿੱਸਾ ਬੀਬੀਵਾਲਾ ਪਿੰਡ ਵੀ ਚਲਾ ਗਿਆ ਹੈ ਤੇ ਕੁਝ ਇੱਥੇ ਹੀ ਰਿਹਾ ਹੈ। ਦਰਸ਼ਨ ਕਰਕੇ ਕੋਲ ਬੈਠ ਗਿਆ। ਬਾਬਾ ਜੀ ਨੇ ਪਿੰਡ ਤੇ ਨਾਮ ਆਦਿ ਪੁੱਛਿਆ, ਕਿਉਂਕਿ ਪਹਿਲਾਂ ਆਪ ਪਿੰਡ, ਜਾਤ, ਗੋਤ, ਨਾਮ ਆਦਿ ਜ਼ਰੂਰ ਪੁੱਛਦੇ ਸਨ। ਗੱਜਣ ਸਿੰਘ ਨੇ ਆਪਣਾ ਸਾਰਾ ਵੇਰਵਾ ਦੇ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਲਈ ਸੇਵਾ ਬਖਸ਼ੋ। ਬਾਬਾ ਜੀ ਨੇ ਬਚਨ ਕੀਤਾ, ਕਿਸੇ ਚੀਜ਼ ਦੀ ਲੋੜ ਨਹੀਂ, ਸਭ ਸ਼ੁੱਧ ਹੈ। ਫਿਰ ਪ੍ਰੇਮੀ ਜਨ ਨੇ ਕਿਹਾ, ਪਾਤਸ਼ਾਹ ਸਰਦੀ ਦੀ ਰੁੱਤ ਆ ਰਹੀ ਹੈ, ਆਪਦੇ ਬੈਠਣ ਲਈ ਕੋਈ ਜਗ੍ਹਾ ਨਹੀਂ ਬਣੀ ਹੋਈ, ਜੇ ਹੁਕਮ ਹੋਵੇ ਤਾਂ ਛੋਟੀ ਕੁਟੀਆ ਬਣਾ ਦਿੰਦਾ ਹਾਂ। ਬਾਬਾ ਜੀ ਨੇ ਫਰਮਾਇਆ, ਚੰਗਾ, ਜੇ ਕਰਨਾ ਹੀ ਹੈ ਤਾਂ ਛੋਟਾ ਜਿਹਾ ਟੋਆ ਪੁੱਟ ਕੇ ਉੱਪਰ ਕਾਨੇ ਪਾ ਦੇਵੀਂ। ਫਿਰ ਆਪ ਨੇ ਮਿਸਤਰੀ ਗੱਜਣ ਸਿੰਘ ਨੂੰ ਥਾਂ ਦੱਸ ਕੇ ਮਿੰਤੀ ਦੇ ਕੇ ਇੱਛਾ ਮੁਤਾਬਿਕ ਟੋਆ ਕਰਵਾ ਲਿਆ ਤੇ ਕਾਨੇ ਪਾਉਣ ਦੀ ਤਾਕੀਦ ਕਰ ਦਿੱਤੀ। ਅਗਲੇ ਦਿਨ ਗੱਜਣ ਸਿੰਘ ਨੇ ਕਾਨੇ ਲਿਆ ਕੇ ਛੱਤ ਪਾ ਦਿੱਤੀ। ਆਪ ਜੀ ਨੇ ਕਹਿ ਦਿੱਤਾ, ਸ਼ੁੱਧ ਹੈ। ਗੱਜਣ ਸਿੰਘ ਨੇ ਕਿਹਾ, ਮਹਾਰਾਜ ਇਹ ਜ਼ਮੀਨ ਮੇਰੀ ਹੈ, ਤੁਸੀਂ ਇੱਥੇ ਜਿੰਨੀ ਦੇਰ ਰਹਿਣਾ ਹੈ ਰਹੋ, ਕੋਈ ਰੁਕਾਵਟ ਨਹੀਂ ਆਏਗੀ। ਇਸ ਥਾਂ ਉੱਤੇ ਠਾਕਰਾ ਸਿੰਘ ਹੀ ਆ ਕੇ ਜਲ ਪਾਣੀ ਤੇ ਪ੍ਰਸ਼ਾਦੇ ਦੀ ਸੇਵਾ ਕਰਦਾ ਰਿਹਾ। ਬੇਆਬਾਦ ਹੋਣ ਕਰਕੇ ਇੱਥੇ ਪਸ਼ੂ ਚਰਾਉਣ ਵਾਲਿਆਂ ਦੀ ਆਵਾਜਾਈ ਬਣੀ ਰਹਿੰਦੀ ਸੀ। ਇੱਥੇ ਕਾਫੀ ਸਮਾਂ ਪਸ਼ੂ ਚਰਾਉਣ ਵਾਲੇ ਬੱਚਿਆਂ ਨਾਲ ਖੇਡਦੇ ਰਹਿੰਦੇ। ਉਹਨਾਂ ਬੱਚਿਆਂ ਨੂੰ ਪੁੱਛਣਾ, ਕੀ ਖਾਣਾ ਚਾਹੁੰਦੇ ਹੋ? ਮਹਾਰਾਜ ਕੁਝ ਵੀ ਖਵਾ ਦਿਓ। ਕਈ ਵਾਰ ਤਾਂ ਪੈਸੇ ਦੇ ਕੇ ਪਿੰਡ ਵਿੱਚ ਚੀਜ਼ ਲੈਣ ਭੇਜ ਦੇਣਾ ਤੇ ਕਦੇ ਆਪਣੇ ਕੋਲੋਂ ਹੀ ਕੁਝ ਦੇਣਾ। ਇਸ ਪ੍ਰਕਾਰ ਖੇਡਦੇ ਰਹਿਣਾ, ਆਪ ਵੀ ਪ੍ਰਸੰਨ ਰਹਿਣਾ ਤੇ ਬੱਚਿਆਂ ਨੂੰ ਵੀ ਪ੍ਰਸੰਨ ਰੱਖਣਾ। ਇਹਨਾਂ ਖੇਡਣ ਵਾਲੇ ਬੱਚਿਆਂ ਵਿੱਚ ਇੱਕ ਛੁਪੀ ਹੋਈ ਸ਼ਖਸੀਅਤ ਸੰਤ ਬਹਾਲ ਦਾਸ ਜੀ ਵੀ ਸੀ, ਜਿਨ੍ਹਾਂ ਬਾਬਾ ਜੀ ਦੇ ਕੌਤਕ ਵੇਖੇ ਤੇ ਮਨ ਵਿੱਚ ਸੇਵਾ ਭਾਵਨਾ ਦਾ ਫੁਰਨਾ ਬਣਦਾ ਗਿਆ। ਸੇਵਾ ਨਿਤ ਨਵੇਂ ਕੌਤਕਾਂ ਨੂੰ ਦੇਖਣੇ ਮਨ ਵਿੱਚ ਦ੍ਰਿੜ ਹੁੰਦਾ ਗਿਆ ਕਿ ਰੱਬੀ ਸ਼ਕਤੀ ਦੇ ਮਾਲਕ ਹਨ। ਫਿਰ ਕੀ ਸੀ, ਮਨ ਪ੍ਰੇਰਿਆ ਗਿਆ, ਭੁੱਲ ਗਿਆ ਸੰਸਾਰ ਤੇ ਲੱਗ ਗਿਆ ਮਨ ਉਹਦੇ ਸੱਚੇ ਦੇ ਦਰ ਵਿੱਚ। ਬਾਬਾ ਜੀ ਦੇ ਪਹਿਲੇ ਹਜ਼ੂਰੀ ਸੇਵਕ। ਆਪ ਜੀ ਦਾ ਜਨਮ ਪਿਤਾ ਸਰਦਾਰ ਦੁੱਲਾ ਸਿੰਘ ਜੀ ਦੇ ਘਰ ਪਿੰਡ ਰੋੜੀ ਢੰਡਾਲ ਜ਼ਿਲ੍ਹਾ ਬਠਿੰਡਾ ਵਿੱਚ ਹੋਇਆ। ਆਪ ਜੀ 3 ਭਾਈ ਸਨ, ਵੱਡੇ ਸਰਦਾਰ ਗੁਰਮੁਖ ਸਿੰਘ ਜੀ, ਛੋਟੇ ਬਹਾਲ ਦਾਸ ਤੇ ਸਭ ਤੋਂ ਛੋਟੇ ਸਾਈਂ ਦਾਸ। ਇਹ ਪਰਿਵਾਰ ਖੇਤੀਬਾੜੀ ਦੀ ਕਿਰਤ ਕਰਦਾ ਸੀ ਤੇ ਉਦਾਸੀ ਸੰਤਾਂ ਦਾ ਸੇਵਕ ਸੀ। 9 ਸਾਲ ਦੀ ਉਮਰ ਵਿੱਚ ਹੀ ਆਪ ਪਿੰਡ ਡੁੰਬਾਵਾਲੀ ਵਿਖੇ ਇੱਕ ਸਾਧੂਆਂ ਦੇ ਟੋਲੇ ਨਾਲ ਰਲ ਗਏ ਤੇ ਇੱਥੇ 4 ਸਾਲ ਪਿੰਡ ਵਿੱਚ ਸਾਧੂਆਂ ਦੀ ਸੇਵਾ ਕਰਦੇ ਰਹੇ। ਉਪਰੰਤ ਪਿੰਡ ਭੈਣੀ ਬਾਗਾ ਜ਼ਿਲ੍ਹਾ ਮਾਨਸਾ ਵਿੱਚ ਕੁਟੀਆ ਵਾਲੀ ਢਾਬ ਤੇ ਸਾਧੂਆਂ ਦੀ ਸੇਵਾ ਕਰਦੇ ਰਹੇ। ਹੁਣ ਵੀ ਇਸ ਥਾਂ ਸਾਧੂ ਮੌਜੂਦ ਹਨ। ਇਸ ਥਾਂ ਆਪ ਜੀ 5 ਸਾਲ ਰਹੇ। ਇੱਥੋਂ ਹੀ ਆਪ ਸੇਮੇ ਪਿੰਡ ਚਲੇ ਗਏ। ਬਾਬਾ ਜੀ ਪਹਿਲਾਂ ਜਿਸ ਪਿੰਡ ਵਿੱਚ ਰਹਿੰਦੇ ਸਨ, ਉਸ ਪਿੰਡ ਵਿੱਚ ਸੰਤ ਬਹਾਲ ਦਾਸ ਜੀ ਦੀ ਭੈਣ ਜੀ ਰਹਿੰਦੇ ਸਨ, ਜੋ ਕਿ ਵਿਧਵਾ ਹੋਣ ਕਰਕੇ ਆਪ ਜੀ ਨੂੰ ਉਸ ਦੀ ਸਹਾਇਤਾ ਲਈ ਛੱਡਿਆ ਹੋਇਆ ਸੀ। ਆਪ ਜੀ ਪਸ਼ੂਆਂ ਨੂੰ ਚਰਾਂਦ ਵਿੱਚ ਚਾਰਨ ਲਈ ਲੈ ਕੇ ਆਉਂਦੇ। ਆਪ ਜੀ ਨੂੰ ਪਹਿਲਾਂ ਕੀਤੀ ਸੇਵਾ ਸਦਕਾ ਹੀ ਬਾਬਾ ਜੀ ਨੂੰ ਸਮਝਣ ਵਿੱਚ ਕੋਈ ਤਕਲੀਫ ਨਹੀਂ ਹੋਈ। ਸੰਤ ਬਹਾਲ ਦਾਸ ਜੀ ਦੀ ਭਾਵਨਾ ਵੱਧਦੀ ਗਈ। ਆਪ ਨੇ ਨਿਤ ਨਵੇਂ ਤੋਂ ਨਵੇਂ ਕੌਤਕ ਵੇਖਣੇ। ਸੰਤ ਬਹਾਲ ਦਾਸ ਜੀ ਦੀ ਜ਼ਬਾਨੀ ਬਚਨ। ਗਰਮੀ ਦਾ ਮੌਸਮ ਸੀ। ਅਸੀਂ ਸਾਰੇ ਰੋਜ਼ ਦੀ ਤਰ੍ਹਾਂ ਆਪਣੇ ਪਸ਼ੂਆਂ ਨੂੰ ਚਰਾਂਦਾਂ ਵਿੱਚ ਲੈ ਆਏ। ਪਸ਼ੂ ਨੂੰ ਚਰਾਂਦੇ ਵਿੱਚ ਛੱਡ ਦਿੱਤੇ ਤੇ ਆਪ ਬਾਬਾ ਜੀ ਪਾਸ ਆ ਗਏ। ਬਾਬਾ ਜੀ ਸਾਨੂੰ ਵੇਖ ਕੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਆਓ ਬੱਚਿਓ, ਆਪਾਂ ਖੇਡਣ ਲੱਗੀਏ ਤੇ ਸਾਰਾ ਦਿਨ ਖੇਡਦੇ ਹੀ ਰਹਾਂਗੇ। ਅਸੀਂ ਕਿਹਾ, ਬਾਬਾ ਜੀ ਅਸੀਂ ਤਾਂ ਅੱਜ ਆਪਣੇ ਨਾਲ ਰੋਟੀ ਬੰਨ੍ਹ ਕੇ ਲਿਆਉਣੀ ਭੁੱਲ ਗਏ ਆ, ਸਾਨੂੰ ਭੁੱਖ ਲੱਗੇਗੀ, ਅਸੀਂ ਥੋੜ੍ਹੀ ਦੇਰ ਨੂੰ ਘਰ ਮੁੜ ਜਾਣਾ ਹੈ। ਆਪ ਨੇ ਕਿਹਾ, ਜੇ ਤੁਹਾਨੂੰ ਇੱਥੇ ਹੀ ਕੁਝ ਖਵਾ ਦਈਏ ਤੇ ਅਸੀਂ ਝੁਰਮਟ ਪਾ ਲਿਆ, ਲਿਆਓ ਜੀ ਕਹਿਣ ਲੱਗੇ। ਆਪ ਜੀ ਨੇ 1 ਰੁਪਈਆ ਕੱਢ ਕੇ ਦਿੱਤਾ ਤੇ ਕਿਹਾ, 1 ਰੁਪਏ ਦੀਆਂ ਰਿਓੜੀਆਂ ਲਿਆਓ, ਇਸ ਵਿੱਚੋਂ ਕੋਈ ਪੈਸਾ ਮੋੜ ਕੇ ਨਹੀਂ ਲਿਆਉਣਾ। ਇੱਕ ਮੁੰਡਾ ਇਹ ਰੁਪਈਆ ਲੈ ਕੇ ਪਿੰਡ ਵੱਲ ਚਲਾ ਗਿਆ ਤੇ 8 ਆਨੇ ਦੀਆਂ ਰਿਓੜੀਆਂ ਖਰੀਦ ਲਈਆਂ ਤੇ 8 ਆਨੇ ਆਪਣੀ ਜੇਬ ਵਿੱਚ ਪਾ ਲਏ। ਰਿਓੜੀਆਂ ਲੈ ਕੇ ਆਏ ਮੁੰਡੇ ਕੋਲੋਂ ਰਿਓੜੀਆਂ ਲੈ ਕੇ ਬਾਬਾ ਜੀ ਨੇ ਕਿਹਾ, ਹੁਣ ਬਹਿ ਜਾਓ ਸਾਰੇ ਇੱਕ ਪੰਗਤ ਬਣਾ ਕੇ। ਇਹ ਸੁਣ ਕੇ ਅਸੀਂ ਸਾਰੇ ਲਾਈਨ ਵਿੱਚ ਬੈਠ ਗਏ ਤੇ ਰਿਓੜੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਹੋਰ ਜੋ ਵੀ ਕੋਈ ਆਇਆ ਸਭ ਨੂੰ ਰਿਓੜੀਆਂ ਰੱਜ ਕੇ ਖਵਾਈਆਂ, ਪਰ ਧੰਨ ਉਹਨਾਂ ਦੀ ਲੀਲਾ, ਰਿਓੜੀਆਂ ਉਨੀਆਂ ਹੀ ਪਈਆਂ ਸਨ। ਜਦੋਂ ਸਾਰੇ ਪ੍ਰਸੰਨ ਹੋ ਗਏ ਤਾਂ ਰਿਓੜੀਆਂ ਲਿਆਉਣ ਵਾਲੇ ਨੂੰ ਬੁਲਾ ਕੇ ਕਿਹਾ, ਲਿਆ ਬਈ 8 ਆਨੇ ਮੋੜ ਦੇ ਜੋ ਤੂੰ ਆਪਣੀ ਜੇਬ ਵਿੱਚ ਪਾ ਲਏ ਹਨ। ਉਸਨੇ ਚੁੱਪਚਾਪ ਸ਼ਰਮਿੰਦਾ ਹੀ ਹੋਏ ਨੇ ਅਠਿਆਨੀ ਦੇ ਦਿੱਤੀ। ਉਸ ਨੂੰ ਬਾਬਾ ਜੀ ਨੇ ਅੱਗੇ ਤੋਂ ਇਸ ਤਰ੍ਹਾਂ ਨਾ ਕਰਨ ਦੀ ਤਾਕੀਦ ਕਰ ਦਿੱਤੀ। ਦੁਪਹਿਰ ਦਾ ਸਮਾਂ ਹੋ ਗਿਆ। ਅਸੀਂ ਗਰਮੀ ਨਾਲ ਵਿਆਕੁਲ ਹੋਣ ਲੱਗ ਪਏ। ਗਰਮੀ ਤੋਂ ਬਚਣ ਲਈ ਬਾਬਾ ਜੀ ਦੇ ਕੋਲ ਬ੍ਰਿਸ਼ ਹੇਠਾਂ ਆ ਕੇ ਇਕੱਠੇ ਹੋ ਗਏ। ਸਾਡੇ ਪਸ਼ੂ ਵੀ ਦਰਖਤਾਂ ਹੇਠਾਂ ਆਪਣੇ ਆਪ ਨੂੰ ਛੁਪਾਉਣ ਲੱਗੇ। ਬਾਬਾ ਜੀ ਨੇ ਸਾਨੂੰ ਆਪਣੇ ਆਸਣ ਕੋਲ ਬੁਲਾ ਲਿਆ ਤੇ ਪੁੱਛਣ ਲੱਗੇ, ਮੁਰਝਾਏ ਕਿਉਂ ਹੋ?
ਸਾਰਿਆਂ ਨੇ ਜਵਾਬ ਦਿੱਤਾ, ਮਹਾਰਾਜ ਗਰਮੀ ਬਹੁਤ ਹੈ। ਅੱਛਾ ਚੰਗਾ, ਗਾਓ ਗੀਤ ਫਿਰ। ਰੱਬਾ ਰੱਬਾ ਮੀਂਹ ਵਰਸਾ, ਫਿਰ ਸਾਨੂੰ ਗਰਮੀ ਤੋਂ ਬਚਾ। ਬਹਾਲ ਦਾਸ ਜੀ ਦੱਸਦੇ ਹਨ, ਅਸੀਂ ਗਾਉਂਦੇ ਚਲੇ ਗਏ। ਥੋੜ੍ਹੀ ਹੀ ਦੇਰ ਬਾਅਦ ਇੱਕ ਛੋਟਾ ਜਿਹਾ ਬੱਦਲ ਆ ਗਿਆ ਤੇ ਬਾਰਿਸ਼ ਸ਼ੁਰੂ ਹੋ ਗਈ। ਗਰਮੀ ਦੂਰ ਹੋ ਗਈ ਤੇ ਅਸੀਂ ਸਾਰੇ ਨਹਾਉਂਦੇ ਰਹੇ। ਦੇਖਿਆ ਤੁਹਾਡੇ ਗੀਤ 'ਤੇ ਖੁਸ਼ ਹੋ ਕੇ ਰੱਬ ਨੇ ਮੀਂਹ ਪਾ ਦਿੱਤਾ ਹੈ। ਸੰਤ ਬਹਾਲ ਦਾਸ ਜੀ ਦੱਸਦੇ ਹਨ, ਇਹ ਕੌਤਕ ਪ੍ਰਤੱਖ ਦੇ ਕੇ ਮੇਰੇ ਮਨ ਦੀ ਅਵਸਥਾ ਹੀ ਬਦਲ ਗਈ। ਮਨ ਵਿੱਚ ਪੂਰਨ ਵਿਸ਼ਵਾਸ ਹੋ ਗਿਆ ਕਿ ਇਹ ਪੂਰਨ ਸੰਤ ਹਨ। ਫਿਰ ਮੌਸਮ ਸਾਫ਼ ਹੋਣ ਤੋਂ ਬਾਅਦ ਆਪ ਸਾਡੇ ਨਾਲ ਖੇਡਦੇ ਰਹੇ। ਸੰਤ ਬਹਾਲ ਦਾਸ ਜੀ ਦੱਸਦੇ ਹਨ, ਇੱਕ ਦਿਨ ਕੁਝ ਆਜੜੀ ਆਪਣੀਆਂ ਬੱਕਰੀਆਂ ਚਰਾਉਂਦੇ ਲੈ ਆਏ। ਆਪ ਪ੍ਰਸੰਨ ਹੋਏ ਤੇ ਕਿਹਾ, ਆਓ ਤੁਹਾਨੂੰ ਕੁਝ ਦੱਸੀਏ। ਇੱਕ ਆਜੜੀ ਨੇ ਕਿਹਾ, ਮੇਰੀਆਂ ਬੱਕਰੀਆਂ ਕਿੰਨੀਆਂ ਤੇ ਕਿਹੜੀਆਂ ਹਨ? ਇਹਨਾਂ ਵਿੱਚੋਂ ਕਿਹੜੀਆਂ ਸੂਣ ਵਾਲੀਆਂ ਹਨ? ਆਪ ਨੇ ਇੱਕ ਸੋਟੀ ਲਈ ਤੇ ਹੱਸਦੇ ਹੋਏ ਬੱਕਰੀਆਂ ਵਿੱਚ ਚਲੇ ਗਏ ਤੇ ਇੱਕ ਸੋਟੀ ਲਾ ਕੇ ਦੱਸਿਆ ਕਿ ਇਹ ਤੇਰੀਆਂ ਹਨ ਤੇ ਬਾਕੀ ਲੋਕਾਂ ਦੀਆਂ ਚਰਾਉਣ ਲਈ ਲੈ ਕੇ ਆਇਆ ਹੈ। ਗਿਣਤੀ ਕਰਕੇ ਦੱਸ ਦਿੱਤੀਆਂ ਕਿ ਕਿੰਨੀਆਂ ਸੂਣ ਵਾਲੀਆਂ ਹਨ। ਚਰਾਉਣ ਵਾਲਿਆਂ ਦੇ ਪੈਸੇ ਲੈਂਦਾ। ਫਿਰ ਆਜੜੀ ਨੇ ਕਿਹਾ, ਇਹ ਸੂਣਗੀਆਂ ਕਦੋਂ? ਆਪ ਨੇ ਕਿਹਾ, ਪਹਿਲੀ ਗੱਲ ਤੇ ਤੈਨੂੰ ਯਕੀਨ ਨਹੀਂ ਆਇਆ, ਇਸ ਕਰਕੇ 3 ਬੱਕਰੀਆਂ ਤਾਂ ਅੱਜ ਇੱਥੇ ਹੀ ਸੂਣਗੀਆਂ ਤੇ ਬਾਕੀ ਬੱਚੇ ਸੁੱਟ ਦੇਣਗੀਆਂ। ਆਜੜੀ ਨੇ ਫਿਰ ਕਿਹਾ, ਇਹ ਤਾਂ ਅਜੇ 20 ਦਿਨ ਨਹੀਂ ਸੂਣਗੀਆਂ ਮੇਰੇ ਹਿਸਾਬ ਨਾਲ, ਤੇ ਗੁੱਸੇ ਦੇ ਅੰਦਾਜ਼ ਵਿੱਚ ਬੋਲਿਆ, ਕੀ ਤੁਸੀਂ ਪੈਗੰਬਰ ਹੋ? ਬਾਬਾ ਜੀ ਨੇ ਫਿਰ ਕੋਈ ਬਚਨ ਨਾ ਕੀਤਾ ਤੇ ਚੁੱਪ ਕਰ ਗਏ। ਉਸ ਤੋਂ ਬਾਅਦ 3 ਬੱਕਰੀਆਂ ਸੂ ਪਈਆਂ। ਆਜੜੀ ਮਨ ਵਿੱਚ ਕੁਝ ਵਿਸ਼ਵਾਸ ਕਰਕੇ ਡਰਦਾ ਬਾਬਾ ਜੀ ਕੋਲ ਆਇਆ ਤੇ ਕਹਿਣ ਲੱਗਾ, ਜੀ ਤੁਹਾਡਾ ਕਿਹਾ ਤਾਂ ਸੱਚ ਹੈ। ਬਾਬਾ ਜੀ ਨੇ ਫਿਰ ਕੋਈ ਬਚਨ ਨਾ ਕੀਤਾ। ਉਹ ਉੱਠ ਕੇ ਚਲਾ ਗਿਆ। ਸ਼ਾਮ ਨੂੰ ਘਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਹੀ ਕੁਝ ਬੱਕਰੀਆਂ ਬਿਮਾਰ ਹੋ ਗਈਆਂ। ਰਾਤ ਦਾ ਸਮਾਂ ਹੋਇਆ ਤਾਂ ਬੱਕਰੀਆਂ ਨੇ ਬੱਚੇ ਸੁੱਟ ਦਿੱਤੇ ਤੇ ਫਿਰ ਹੋਸ਼ ਆਈ ਕਿ ਮਹਾਂਪੁਰਸ਼ਾਂ ਦਾ ਬਚਨ ਸੱਚ ਹੋ ਗਿਆ ਹੈ। ਸਵੇਰ ਹੁੰਦਿਆਂ ਹੀ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਜੀ ਕੋਲ ਆ ਗਿਆ। ਰੋ ਕੇ ਆਪਣੀ ਸਾਰੀ ਵਿਥਿਆ ਸੁਣਾਉਣ ਲੱਗ ਪਿਆ ਤੇ ਮਾਫੀ ਮੰਗੀ। ਮਹਾਰਾਜ ਮੈਨੂੰ ਬਖਸ਼ੋ, ਆਪਨੇ ਬਚਨ ਕੀਤਾ, ਚੰਗਾ ਜੋ ਹੋਣਾ ਸੀ ਹੋ ਗਿਆ, ਪਰ ਤੇਰੀਆਂ ਬੱਕਰੀਆਂ ਬਹੁਤ ਦੁੱਧ ਦੇਣਗੀਆਂ ਤੇ ਸਾਰਾ ਘਾਟਾ ਦੁੱਧ ਨਾਲ ਹੀ ਪੂਰਾ ਕਰ ਦੇਣਗੀਆਂ। ਫਿਰ ਸੰਤ ਬਹਾਲ ਦਾਸ ਜੀ ਦੱਸਦੇ ਹਨ ਕਿ ਇਹ ਬਚਨ ਸੱਚ ਹੋਇਆ ਕਿਉਂਕਿ ਬੱਕਰੀਆਂ ਨੇ ਦੁੱਧ ਕਾਫੀ ਵਧਾ ਦਿੱਤਾ। ਕੁਝ ਦਿਨਾਂ ਪਿੱਛੋਂ ਇਹ ਆਜੜੀ ਫੇਰ ਆ ਗਿਆ ਤੇ ਬਾਬਾ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਆਪ ਇੱਥੇ ਇਕੱਲੇ ਹੋ, ਤੁਹਾਨੂੰ ਭੋਜਨ ਕੌਣ ਦਿੰਦਾ ਹੈ? ਆਪ ਨੇ ਬਚਨ ਕੀਤਾ, ਉਹ ਮਾਲਕ ਦਿੰਦਾ ਹੈ। ਜੇ ਦੇ ਦਿੰਦਾ ਹੈ ਤੇ ਖਾ ਲੈਂਦਾ ਹਾਂ, ਜੇ ਨਾ ਦੇਵੇ ਤਾਂ ਭੁੱਖ ਹੀ ਕੱਟ ਲਈਦੀ ਏ। ਆਜੜੀ ਨੇ ਬੇਨਤੀ ਕੀਤੀ, ਪਾਤਸ਼ਾਹ ਮੈਂ ਜਾਤ ਦਾ ਮੁਸਲਮਾਨ ਹਾਂ, ਹੱਥਾਂ ਨਾਲ ਆਪ ਦੀ ਸੇਵਾ ਨਹੀਂ ਕਰ ਸਕਦਾ, ਸੋ ਤੁਸੀਂ ਜੇ ਮਨਜ਼ੂਰ ਕਰੋ ਤਾਂ ਮੇਰੀਆਂ ਇਹ 2 ਜਾਂ 3 ਬੱਕਰੀਆਂ ਚੋਲਿਆ ਕਰੋ। ਹੱਸ ਕੇ ਫਰਮਾਇਆ, ਪੈਸੇ ਕਿੰਨੇ ਲਵੇਂਗਾ? ਫਿਰ ਕੀ ਸੇਵਾ ਹੋਈ ਪਾਤਸ਼ਾਹ? ਆਜੜੀ ਨੇ ਤਰਲਾ ਕੀਤਾ, ਹਿਸਾਬ ਤਾਂ ਜ਼ਰੂਰ ਹੋਵੇਗਾ। ਚੰਗਾ ਮਹਾਰਾਜ, ਜਿਵੇਂ ਤੁਹਾਡੀ ਮਰਜ਼ੀ ਹੋਵੇ। ਉਸ ਤੋਂ ਬਾਅਦ ਬਾਬਾ ਜੀ ਰੋਜ਼ ਲੋੜ ਅਨੁਸਾਰ ਦੁੱਧ ਕੱਢ ਲੈਂਦੇ। ਜਦੋਂ ਦਿਲ ਕਰਨਾ ਹਿਸਾਬ ਕਰਕੇ ਪੈਸੇ ਦੇ ਦੇਣੇ। ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਮੌਸਮ ਬਾਰਿਸ਼ ਦਾ ਆ ਗਿਆ। ਇਸ ਮਹੀਨੇ ਵਿੱਚ ਬੱਕਰੀਆਂ ਦੁੱਧ ਘੱਟ ਦਿੰਦੀਆਂ ਹਨ। ਬਾਬਾ ਜੀ ਨੇ ਬਚਨ ਕੀਤਾ, ਜਿਹੜੀਆਂ ਦਾ ਦੁੱਧ ਅਸੀਂ ਪੀਂਦੇ ਹਾਂ ਉਹਨਾਂ ਨੂੰ ਅੱਗੇ ਲਿਆ। ਉਹ 2 ਬੱਕਰੀਆਂ ਜਿਨ੍ਹਾਂ ਦਾ ਦੁੱਧ ਬਾਬਾ ਜੀ ਪੀਂਦੇ ਸਨ ਫੜ ਕੇ ਲੈ ਆਇਆ। ਬਾਬਾ ਜੀ ਨੇ ਮੇਰ ਦੀ ਨਿਗਾਹ ਫੇਰੀ ਤੇ ਬਚਨ ਕੀਤਾ, ਇਹ 2 ਬੱਕਰੀਆਂ ਦੁੱਧ ਨਹੀਂ ਘਟਦੀਆਂ, ਇਹ ਲੋੜ ਤੋਂ ਵੱਧ ਦੇਣਗੀਆਂ। ਸੋ ਮਹਾਂਪੁਰਖਾਂ ਦਾ ਬਚਨ ਬਿਰਥਾ ਨਹੀਂ ਜਾਂਦਾ। ਬੱਕਰੀਆਂ ਨੇ ਦੁੱਧ ਇੰਨਾ ਦਿੱਤਾ ਕਿ ਬਾਬਾ ਜੀ ਵੀ ਪੀਂਦੇ ਰਹੇ ਤੇ ਆਜੜੀ ਵੀ ਵਰਤਦਾ ਰਿਹਾ। ਇਸ ਤਰ੍ਹਾਂ ਦੇ ਕਾਰਨਾਮੇ ਸੰਤ ਬਹਾਲ ਦਾਸ ਜੀ ਨੇ ਸੇਵਾ ਵਿੱਚ ਲੱਗਣ ਤੋਂ ਪਹਿਲਾਂ ਦੇਖੇ। ਫਿਰ ਕੀ ਸੀ, ਮਨ ਪ੍ਰੇਰਿਆ ਗਿਆ। ਸੇਵਾ ਲਈ ਉਬਾਲਾ ਖਾਧਾ, ਇਰਾਦਾ ਪੱਕਾ ਹੋ ਗਿਆ ਕਿ ਹੁਣ ਇਹਨਾਂ ਦੀ ਹੀ ਸੇਵਾ ਕਰਾਂਗਾ। ਹਰ ਰੋਜ਼ ਦੀ ਤਰ੍ਹਾਂ ਸੀਮਾ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਇਸ ਝਿੜੀ ਵਿੱਚ ਲੈ ਆਏ। ਸੰਤ ਬਹਾਲ ਦਾਸ ਜੀ ਵੀ ਉਹਨਾਂ ਵਿੱਚੋਂ ਇੱਕ ਸਨ। ਬਾਬਾ ਜੀ ਨੇ ਸੰਤ ਬਹਾਲ ਦਾਸ ਜੀ ਨੂੰ ਦੂਜਿਆਂ ਤੋਂ ਵੱਖ ਕਰਕੇ ਇੱਕ ਪਾਸੇ ਬਿਠਾ ਲਿਆ। ਆਪ ਨੇ ਪਿਆਰ ਨਾਲ ਪੁੱਛਿਆ, ਤੇਰਾ ਕੀ ਨਾਮ ਹੈ? ਮਹਾਰਾਜ ਮੇਰਾ ਨਾਮ ਬਹਾਲ ਦਾਸ ਹੈ। ਸੰਤਾਂ ਨੇ ਉੱਤਰ ਦਿੱਤਾ। ਤੇਰਾ ਕਿਹੜਾ ਪਿੰਡ ਹੈ? ਬਾਬਾ ਜੀ ਨੇ ਪੁੱਛਿਆ। ਜੀ ਮੇਰਾ ਪਿੰਡ ਤਾਂ ਰੋੜੀ ਟੰਡਾਲ ਹੈ, ਪਰ ਮੈਂ ਸੇਮੇ ਪਿੰਡ ਵਿੱਚ ਆਪਣੀ ਭੈਣ ਜੀ ਕੋਲ ਰਹਿੰਦਾ ਹਾਂ ਕਿਉਂਕਿ ਮੇਰੀ ਭੈਣ ਵਿਧਵਾ ਹੈ। ਉਹਨਾਂ ਦੀ ਮਦਦ ਲਈ ਮਾਤਾ ਪਿਤਾ ਜੀ ਨੇ ਇੱਥੇ ਭੇਜ ਦਿੱਤਾ ਹੈ, ਸੋ ਇਹ ਪਸ਼ੂਆਂ ਨੂੰ ਚਰਾਂਦਾ ਹਾਂ। ਇਹ ਮੇਰੀ ਭੈਣ ਦੇ ਹਨ। ਚੰਗਾ, ਹੁਣ ਫਿਰ ਜਾ ਕੇ ਆਪਣੇ ਪਸ਼ੂਆਂ ਦੀ ਸੰਭਾਲ ਕਰ, ਬਾਬਾ ਜੀ ਨੇ ਫਰਮਾਇਆ। ਸੰਤ ਬਹਾਲ ਦਾਸ ਜੀ ਆਪ ਦੱਸਦੇ ਰਹੇ ਹਨ ਕਿ ਮੇਰਾ ਉਸ ਸਮੇਂ ਬਾਬਾ ਜੀ ਪਾਸੋਂ ਜਾਣ ਨੂੰ ਮਨ ਨਹੀਂ ਸੀ ਕਰਦਾ। ਬਾਬਾ ਜੀ ਦਾ ਹੁਕਮ ਮੰਨ ਕੇ ਬਹਾਲ ਦਾਸ ਜੀ ਉੱਥੋਂ ਤੁਰ ਗਏ। ਪਸ਼ੂਆਂ ਨੂੰ ਚਰਾਉਂਦੇ ਹੋਏ ਹੌਲੀ ਘਰ ਪਹੁੰਚ ਗਏ। ਸਰੀਰ ਤਾਂ ਘਰ ਚਲਾ ਗਿਆ ਪਰ ਮਨ ਉੱਥੇ ਹੀ ਰਹਿ ਗਿਆ, ਬਾਬਾ ਜੀ ਦੇ ਚਰਨਾਂ ਵਿੱਚ। ਰਾਤ ਬੜੀ ਮੁਸ਼ਕਲ ਨਾਲ ਕੱਟੀ। ਸਾਰੀ ਰਾਤ ਮਨ ਵਿੱਚ ਖਿਆਲ ਆਈ ਜਾਵੇ ਕਿ ਕਿਸ ਸਮੇਂ ਰਾਤ ਖਤਮ ਹੋਵੇ, ਦਿਨ ਚੜ੍ਹੇ ਤੇ ਮੈਂ ਫਿਰ ਪਸ਼ੂ ਲੈ ਕੇ ਜਾਵਾਂ।
ਜੇ ਸਾਥੀਆਂ ਨੇ ਪਸ਼ੂ ਕਿਸੇ ਹੋਰ ਪਾਸੇ ਲੈ ਜਾਣੇ ਤਾਂ ਆਪ ਨੇ ਉਹਨਾਂ ਨੂੰ ਪ੍ਰੇਰ ਕੇ ਉੱਥੇ ਹੀ ਲੈ ਆਉਣਾ ਜਿੱਥੇ ਬਾਬਾ ਜੀ ਬੈਠੇ ਸਨ। ਬਾਬਾ ਜੀ ਕੋਲ ਪਹੁੰਚ ਕੇ ਨਮਸਕਾਰ ਕਰਨੀ ਤੇ ਕੋਲ ਬੈਠ ਕੇ ਦਰਸ਼ਨ ਕਰਕੇ ਮਨ ਦੀ ਭੁੱਖ ਨੂੰ ਦੂਰ ਕਰਨਾ। ਜਿਸ ਸਮੇਂ ਸੰਤ ਬਹਾਲ ਦਾਸ ਜੀ ਨੇ ਆਉਣਾ ਤਾਂ ਬਾਬਾ ਜੀ ਨੇ ਜ਼ਰੂਰ ਪੁੱਛਣਾ, ਆ ਗਿਆ ਹੈ ਬਈ ਬਹਾਲ ਦਾਸ? ਸੰਤ ਬਹਾਲ ਦਾਸ ਜੀ ਨੇ ਸਿਰ ਝੁਕਾ ਕੇ ਹਾਂ ਜੀ ਵਿੱਚ ਉੱਤਰ ਦੇਣਾ। ਥੋੜ੍ਹੀ ਦੇਰ ਬਾਅਦ ਬਾਬਾ ਜੀ ਨੇ ਬਚਨ ਕਰਨਾ, ਹੁਣ ਚਲਾ ਜਾ। ਫਿਰ ਬਹਾਲ ਦਾਸ ਜੀ ਨੇ ਘਰ ਆ ਜਾਣਾ। ਆਪ ਨੇ ਤਾਂ ਆ ਜਾਣਾ ਪਰ ਬਿਰਤੀ ਉੱਥੇ ਹੀ ਰਹਿਣੀ। ਸਾਥੀਆਂ ਨੇ ਪਸ਼ੂ ਚਰਾ ਕੇ ਸ਼ਾਮ ਨੂੰ ਜਦੋਂ ਘਰ ਆਉਣਾ ਤਾਂ ਰੋਟੀ ਆਦਿ ਖਾ ਕੇ ਲੰਮੇ ਪੈ ਜਾਣਾ ਜਾਂ ਕਿਤੇ ਇਕੱਠੇ ਬੈਠ ਕੇ ਗੱਪਾਂ ਮਾਰਨ ਲੱਗ ਜਾਣਾ, ਜਿਵੇਂ ਕਿ ਆਮ ਪਿੰਡਾਂ ਵਿੱਚ ਰਿਵਾਜ ਹੁੰਦਾ। ਪਰ ਸੰਤ ਬਹਾਲ ਦਾਸ ਜੀ ਸ਼ਾਮ ਵੇਲੇ ਜਦੋਂ ਵੀ ਖਾਣਾ ਖਾਣ ਤੋਂ ਬਾਅਦ ਸਮਾਂ ਮਿਲਣਾ, ਰੂਮੀ ਵੱਲ ਚੱਲ ਪੈਣਾ ਤੇ ਬਾਬਾ ਜੀ ਕੋਲ ਪਹੁੰਚ ਜਾਣਾ। ਕਾਫੀ ਦੇਰ ਦਰਸ਼ਨ ਕਰਨ ਤੋਂ ਬਾਅਦ ਕੁਝ ਬਚਨ ਸੁਣਨ ਤੋਂ ਬਾਅਦ ਘਰ ਮੁੜ ਆਉਣਾ। ਇਸ ਤਰ੍ਹਾਂ ਰੋਜ਼ ਆਉਂਦੇ ਰਹਿਣਾ। ਇੱਕ ਦਿਨ ਸੰਤ ਬਹਾਲ ਦਾਸ ਜੀ ਨੂੰ ਬੁਖਾਰ ਹੋ ਗਿਆ। ਅਗਲੇ ਦਿਨ ਉਹਨਾਂ ਦੇ ਸਾਥੀ ਪਸ਼ੂ ਲੈ ਕੇ ਗਏ। ਸੰਤ ਬਹਾਲ ਦਾਸ ਜੀ ਦੇ ਪਸ਼ੂਆਂ ਨੂੰ ਵੀ ਚਰਾਉਣ ਲਈ ਨਾਲ ਹੀ ਲੈ ਗਏ। ਬਾਬਾ ਜੀ ਨੇ ਨਿਗਾਹ ਫੇਰੀ ਤੇ ਸਾਥੀਆਂ ਨੂੰ ਪੁੱਛਿਆ, ਅੱਜ ਤੁਹਾਡੇ ਵਿੱਚ ਬਹਾਲ ਦਾਸ ਨਜ਼ਰ ਨਹੀਂ ਆਉਂਦਾ? ਇੱਕ ਨੇ ਉੱਤਰ ਦਿੱਤਾ, ਬਾਬਾ ਜੀ ਉਹਨੂੰ ਤੇ ਬੁਖਾਰ ਹੋ ਗਿਆ ਹੈ। ਇਹ ਬਚਨ ਕਰਕੇ ਬਾਬਾ ਜੀ ਕੁਝ ਸਮੇਂ ਲਈ ਚੁੱਪ ਰਹੇ। ਫਿਰ ਰੋਜ਼ ਵਾਂਗ ਪੁੱਛਣ ਲੱਗੇ, ਅੱਜ ਕੀ ਖਾਓਗੇ? ਉਹਨਾਂ ਕਿਹਾ, ਮਹਾਰਾਜ ਕੱਲ੍ਹ ਨੂੰ ਦੀਵਾਲੀ ਹੈ, ਸੋ ਮਠਿਆਈ ਖਵਾ ਦੇਣਾ। ਮਠਿਆਈ ਸਾਡੇ ਪਿੰਡ ਹੀ ਪੱਕੇਗੀ। ਕੱਲ੍ਹ ਦੀ ਗੱਲ ਕੱਲ੍ਹ 'ਤੇ ਛੱਡੋ, ਅੱਜ ਵੀ ਕੁਝ ਖਾ ਲਓ, ਬਾਬਾ ਜੀ ਨੇ ਬਚਨ ਕੀਤਾ। ਬਾਬਾ ਜੀ ਨੇ ਮੁੰਡਿਆਂ ਨੂੰ 2 ਰੁਪਏ ਦਿੱਤੇ ਤੇ ਕਹਿਣ ਲੱਗੇ, ਮਠਿਆਈ ਅੱਜ ਹੀ ਲੈ ਆਓ। ਇੱਕ ਮੁੰਡਾ ਪਿੰਡ ਜਾ ਕੇ ਮਠਿਆਈ ਲੈ ਆਇਆ। ਬਾਬਾ ਜੀ ਨੇ ਸਾਰਿਆਂ ਨੂੰ ਆਪਣੇ ਹੱਥਾਂ ਨਾਲ ਮਠਿਆਈ ਵੰਡੀ ਤੇ ਇੱਕ ਹਿੱਸਾ ਬਾਬਾ ਜੀ ਨੇ ਰੱਖ ਲਿਆ। ਜਦੋਂ ਸਭ ਨੇ ਮਠਿਆਈ ਖਾ ਲਈ ਤੇ ਇੱਕ ਨੂੰ ਹੁਕਮ ਦਿੱਤਾ, ਬਹਾਲ ਦਾਸ ਦਾ ਹਿੱਸਾ ਉਹਦੇ ਘਰ ਦੇ ਕੇ ਆ। ਮੁੰਡਾ ਮਠਿਆਈ ਲੈ ਕੇ ਬਹਾਲ ਦਾਸ ਜੀ ਕੋਲ ਪਹੁੰਚ ਗਿਆ ਤੇ ਕਹਿਣ ਲੱਗਾ, ਬਾਬਾ ਜੀ ਨੇ ਤੇਰੇ ਲਈ ਮਠਿਆਈ ਦਿੱਤੀ ਏ। ਇਹ ਸੁਣ ਕੇ ਬਹਾਲ ਦਾਸ ਜੀ ਨੇ ਮਠਿਆਈ ਲੈ ਕੇ ਥੋੜ੍ਹੀ ਜਿਹੀ ਖਾ ਲਈ। ਮਠਿਆਈ ਖਾਣ ਦੀ ਦੇਰ ਕੇ ਬੁਖਾਰ ਲੈ ਗਿਆ। ਉਸੇ ਸਮੇਂ ਮੰਜੇ ਤੋਂ ਖੜੇ ਹੋ ਗਏ ਤੇ ਰੂਮੀ ਵੱਲ ਨੂੰ ਤੁਰ ਪਏ। ਬਾਬਾ ਜੀ ਕੋਲ ਪਹੁੰਚ ਕੇ ਜਾ ਸੀਸ ਨਿਵਾਇਆ। ਅੱਗੋਂ ਬਾਬਾ ਜੀ ਹੱਸ ਕੇ ਕਹਿਣ ਲੱਗੇ, ਬੁਖਾਰ ਲੈ ਗਿਆ ਬਹਾਲ ਦਾਸ? ਹਾਂ ਮਹਾਰਾਜ, ਤੇ ਨੇੜੇ ਹੋ ਕੇ ਬਹਿ ਗਏ। ਬਾਬਾ ਜੀ ਨੇ ਬਚਨ ਕੀਤਾ, ਸਾਡੀ ਸੇਵਾ ਕਰ ਸਕਦਾ ਹੈ? ਜੋ ਹੁਕਮ ਹੋਵੇ ਹਜੂਰ, ਬਹਾਲ ਦਾਸ ਨੇ ਕਿਹਾ। ਲਿਆ ਫਿਰ ਪਾਣੀ ਭਰ ਕੇ ਇਸ਼ਨਾਨ ਕਰੀਏ, ਬਾਬਾ ਜੀ ਨੇ ਫਰਮਾਇਆ। ਬਹਾਲ ਦਾਸ ਜੀ ਪਾਣੀ ਲੈ ਆਏ। ਬਾਬਾ ਜੀ ਇਸ਼ਨਾਨ ਕਰਨ ਲੱਗ ਪਏ। ਬਾਬਾ ਜੀ ਇਸ਼ਨਾਨ ਕਰਕੇ ਪ੍ਰਸੰਨ ਹੋ ਗਏ ਤੇ ਕਹਿਣ ਲੱਗੇ, ਸਾਨੂੰ ਰੋਜ਼ ਇਸ਼ਨਾਨ ਕਰਾਇਆ ਕਰ। ਇਸ ਤਰ੍ਹਾਂ ਬਹਾਲ ਦਾਸ ਜੀ ਹਰ ਰੋਜ਼ ਇਸ਼ਨਾਨ ਕਰਾਉਣ ਲੱਗ ਪਏ। ਹਰ ਰੋਜ਼ ਜਾਣਾ, ਪਾਣੀ ਭਰ ਕੇ ਲਿਆਉਣਾ ਤੇ ਫਿਰ ਬਾਬਾ ਜੀ ਦੇ ਚਰਨਾਂ 'ਤੇ ਹੱਥ ਫੇਰਦੇ ਰਹਿਣਾ। ਇਉਂ ਬਾਬਾ ਜੀ ਨਾਲ ਨੇੜਤਾ ਵੱਧਦੀ ਗਈ। ਇਸ਼ਨਾਨ ਕਰਨ ਲੈਣ ਤੋਂ ਬਾਅਦ ਬਾਬਾ ਜੀ ਦੇ ਮਿੱਠੇ ਮਿੱਠੇ ਬਚਨ ਵੀ ਸੁਣਦੇ ਰਹਿਣਾ। ਇੱਕ ਦਿਨ ਬਹਾਲ ਦਾਸ ਜੀ ਆਪਣੇ ਨਗਰ ਰੋੜੀ ਢੰਡਾਲ ਚਲੇ ਗਏ। ਜਦੋਂ ਇਸ਼ਨਾਨ ਕਰਾਉਣ ਦਾ ਸਮਾਂ ਆਇਆ ਤਾਂ ਬਹਾਲ ਦਾਸ ਜੀ ਅਗਲੇ ਦਿਨ ਹੀ ਮੁੜ ਆਏ। ਘਰ ਜਾਣ ਤੋਂ ਪਹਿਲਾਂ ਸਿੱਧੇ ਬਾਬਾ ਜੀ ਪਾਸ ਆਏ, ਕਿਉਂਕਿ ਪਿਆਰ ਵਾਲੇ ਆਪਣੀ ਮੰਜ਼ਿਲ ਨੂੰ ਹੀ ਦੌੜਦੇ ਹਨ। ਬਾਬਾ ਜੀ ਸੰਤ ਬਹਾਲ ਦਾਸ ਜੀ ਦਾ ਪਿਆਰ ਵੇਖ ਕੇ ਬਹੁਤ ਪ੍ਰਸੰਨ ਹੋਏ। ਆਪ ਨੇ ਕਾਫੀ ਦੇਰ ਆਪਣੇ ਕੋਲ ਬਿਠਾਈ ਰੱਖਿਆ। ਇਸ ਹਾਲਾਤ ਵਿੱਚ ਹੁਣ ਸੰਤ ਬਹਾਲ ਦਾਸ ਜੀ ਲੰਘ ਰਹੇ ਸਨ। ਘਰ ਚਲੇ ਜਾਣਾ, ਉੱਥੇ ਦਿਲ ਨਾ ਲੱਗਣਾ, ਫਿਰ ਆ ਜਾਣਾ ਬਾਬਾ ਜੀ ਪਾਸ। ਮਨ ਅੰਦਰ ਸੇਵਾ ਕਰਨ ਦਾ ਪੂਰਾ ਇਰਾਦਾ ਬਣ ਗਿਆ ਸੀ। ਇੱਕ ਦਿਨ ਬਹਾਲ ਦਾਸ ਜੀ ਨੇ ਕਿਹਾ, ਮਹਾਰਾਜ ਮੈਨੂੰ ਇਹੋ ਜਿਹੀ ਸੇਵਾ ਦਿਓ ਤਾਂ ਕਿ ਮੈਨੂੰ ਤੁਹਾਡੇ ਕੋਲੋਂ ਵਿਛੋੜਾ ਨਾ ਮਿਲੇ। ਬਾਬਾ ਜੀ ਨੇ ਬਚਨ ਕੀਤਾ, ਬਹਾਲ ਦਾਸ, ਇਸ ਤਰ੍ਹਾਂ ਦੀ ਸੇਵਾ ਨਿਭਾਉਣੀ ਔਖੀ ਹੈ। ਪੂਰਨ ਸੇਵਾ ਲਈ ਆਪਣਾ ਆਪ ਗਵਾਉਣਾ ਪੈਂਦਾ ਹੈ। ਇੱਕ ਤੇਰੀ ਉਮਰ ਛੋਟੀ ਹੈ, ਬਾਕੀ ਤੇਰੀ ਭੈਣ ਦੇ ਘਰ ਦੀ ਜ਼ਿੰਮੇਵਾਰੀ ਦਾ ਭਾਰ ਕੁਝ ਤੇਰੇ ਮੋਢਿਆਂ ਉੱਪਰ ਹੈ। ਦੋਵੇਂ ਪਾਸਿਆਂ ਦੀ ਜ਼ਿੰਮੇਵਾਰੀ ਦੀ ਪੰਡ ਬਹੁਤ ਭਾਰੀ ਹੋ ਜਾਏਗੀ। ਇਤਨਾ ਭਾਰ ਇਤਨੀ ਛੋਟੀ ਆਯੂ ਵਿੱਚ ਉਠਾਉਣਾ ਬੜਾ ਕਠਿਨ ਹੈ। ਜੇ ਚੁੱਕਣ ਦੇ ਕਾਬਿਲ ਹੋ ਸਕਦਾ ਹੈ ਤਾਂ ਇੱਕ ਹੀ ਜ਼ਿੰਮੇਵਾਰੀ ਸੰਭਾਲ ਲੈ। ਇਹ ਬਚਨ ਸੁਣ ਕੇ ਬਹਾਲ ਦਾਸ ਜੀ ਘਰ ਵੱਲ ਤੁਰ ਪਏ। ਰਸਤੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਮਨ ਵਿੱਚ ਆਉਂਦੇ ਰਹੇ, ਪਰ ਆਖਿਰ ਇੱਕ ਤਰਫਾ ਫੈਸਲਾ ਕਰ ਹੀ ਲਿਆ ਕਿ ਬਾਬਾ ਜੀ ਦੀ ਸੇਵਾ ਕਰਾਂਗਾ। ਜਦੋਂ ਚੰਗੇ ਭਾਗ ਹੋਣ ਤਾਂ ਮਨ ਆਪ ਹੀ ਪ੍ਰੇਰਿਆ ਜਾਂਦਾ ਹੈ। ਘਰ ਪਹੁੰਚ ਕੇ ਰਾਤ ਨੂੰ ਭੈਣ ਜੀ ਅੱਗੇ ਬੇਨਤੀ ਕੀਤੀ, ਭੈਣ ਜੀ ਜੇ ਤੁਸੀਂ ਨਾਰਾਜ਼ ਨਾ ਹੋਵੋ ਤਾਂ ਮੈਂ ਬਾਬਾ ਜੀ ਦੀ ਸੇਵਾ ਵਿੱਚ ਚਲਾ ਜਾਵਾਂ। ਭੈਣ ਜੀ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਝਟਪਟ ਆਗਿਆ ਦੇ ਦਿੱਤੀ। ਫਿਰ ਅੱਧੀ ਰਾਤ ਨੂੰ ਹੀ ਰੂਮੇ ਵੱਲ ਨੂੰ ਤੁਰ ਪਏ। ਰਸਤੇ ਵਿੱਚ ਬਾਰਿਸ਼ ਸ਼ੁਰੂ ਹੋ ਗਈ, ਪਰ ਇਹੋ ਜਿਹੀ ਹਾਲਤ ਵਿੱਚ ਸੇਵਕ ਜਨ ਦੁੱਖ ਤਕਲੀਫਾਂ ਦੀ ਪਰਵਾਹ ਨਹੀਂ ਕਰਦੇ। ਅਵਸਥਾ ਐਸੀ ਸੀ ਕਿ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹ, ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇਹ,
ਭਿੱਜੋ ਸਿੱਜੋ ਕੰਬਲੀ ਅੱਲਾ ਵਰਸਾਓ ਮੇਹ, ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹ। ਸੋ ਇਹ ਮੀਂਹ ਝੱਖੜ ਵਿੱਚ ਵੀ ਸੰਤ ਬਹਾਲ ਦਾਸ ਜੀ ਤੁਰਦੇ ਹੋਏ ਕੁਟੀਆ ਕੋਲ ਪਹੁੰਚ ਗਏ। ਰਾਤ ਕਾਫੀ ਬਾਕੀ ਸੀ। ਆਪ ਚੁੱਪਚਾਪ ਬਾਹਰਲੇ ਪਾਸੇ ਬੈਠ ਗਏ। ਮੀਂਹ ਪੈਂਦਾ ਰਿਹਾ। ਆਪ ਘਬਰਾਏ ਨਹੀਂ। ਪੌ ਫੁੱਟੀ ਤਾਂ ਬਾਬਾ ਜੀ ਬਾਹਰ ਆਏ। ਬਾਬਾ ਜੀ ਇਹਨਾਂ ਨੂੰ ਵੇਖ ਕੇ ਪੁੱਛਣ ਲੱਗੇ, ਬਹਾਲ ਦਾਸ ਕਿਸ ਵੇਲੇ ਦਾ ਆਇਆ ਹੋਇਆ ਹੈ? ਆਪ ਨੇ ਉੱਤਰ ਦਿੱਤਾ, ਮਹਾਰਾਜ ਅੱਧੀ ਰਾਤ ਦਾ, ਮੀਂਹ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ। ਬਾਰਿਸ਼ ਪੈਂਦੀ ਵਿੱਚ ਹੀ ਇੱਥੇ ਹੀ ਬੈਠਾ ਰਿਹਾ? ਹਜ਼ੂਰ ਨੇ ਬਚਨ ਕੀਤਾ। ਹਾਂਜੀ। ਬਾਬਾ ਜੀ ਨੇ ਉਠਾ ਕੇ ਗਲਵੜਕੜੀ ਵਿੱਚ ਲਿਆ ਤੇ ਖੁਸ਼ ਹੋ ਕੇ ਕਿਹਾ, ਹੁਣ ਤੂੰ ਸੇਵਾ ਕਰ ਸਕਦਾ ਹੈ। ਬਹਾਲ ਦਾਸ ਜੀ ਮਾਤਾ ਪਿਤਾ ਭੈਣ ਭਰਾ ਤੇ ਘਰ ਆਦਿ ਤਿਆਗ ਕੇ ਸੇਵਾ ਵਿੱਚ ਜੁਟ ਗਏ। ਉਹਨਾਂ ਆਪਣੇ ਸਰੀਰ ਦੀ ਪਰਵਾਹ ਨਾ ਕੀਤੀ। ਉਹਨਾਂ ਨੂੰ ਹੋਰ ਕਿਸੇ ਦੀ ਵੀ ਕੀ ਪਰਵਾਹ ਹੈ। ਸੰਤ ਬਹਾਲ ਦਾਸ ਜੀ ਦੀ ਪਹਿਲੀ ਪ੍ਰੀਖਿਆ ਸੀ ਜਿਸ ਵਿੱਚੋਂ ਆਪ ਪਾਸ ਹੋਏ, ਪਰ ਅਜੇ ਤਾਂ ਬਹੁਤ ਸਖਤ ਇਮਤਿਹਾਨ ਬਾਕੀ ਸਨ। ਫਿਰ ਅਸਲੀ ਸੇਵਾ ਦੀ ਦਾਤ ਬਖਸ਼ਣੀ ਸੀ। ਬੱਚੇ ਨੂੰ ਸਕੂਲ ਵਿੱਚ ਦਾਖਲਾ ਮਿਲ ਜਾਂਦਾ ਹੈ। ਫਿਰ ਉਹ ਆਪਣੇ ਉਸਤਾਦ ਕੋਲੋਂ ਸਿੱਖਿਆ ਲੈਂਦਾ ਹੈ। ਜੇ ਉਸਤਾਦ ਦੀ ਦੱਸੀ ਹੋਈ ਗੱਲ 'ਤੇ ਅਮਲ ਕਰਦਾ ਹੈ ਤਾਂ ਪੜ੍ਹਾਈ ਵਿੱਚ ਸਫਲ ਹੋ ਜਾਂਦਾ ਹੈ, ਨਹੀਂ ਤਾਂ ਵਿੱਚ ਹੀ ਛੱਡ ਜਾਂਦਾ ਹੈ। ਇਸੇ ਹੀ ਤਰ੍ਹਾਂ ਬਹਾਲ ਦਾਸ ਜੀ ਦੀ ਪੜ੍ਹਾਈ ਸ਼ੁਰੂ ਹੋਣ ਲੱਗੀ। ਬਾਬਾ ਜੀ ਨੇ ਸੇਵਾ ਵਿੱਚ ਹਾਜ਼ਰ ਕਰ ਲੈਣ ਉਪਰੰਤ ਕੁਝ ਜ਼ਿੰਮੇਵਾਰੀਆਂ ਦੀ ਪੋਟਲੀ ਬੰਨ੍ਹ ਕੇ ਸਿਰ 'ਤੇ ਰੱਖ ਦਿੱਤੀ। ਮਹਾਂਪੁਰਖਾਂ ਦੇ ਪੇਪਰ ਹੋਰ ਹੀ ਕਿਸਮ ਦੇ ਹੁੰਦੇ ਹਨ। ਹੁਕਮ ਹੋਇਆ, ਗੋਬਿੰਦਪੁਰਾ, ਬੀਬੀਵਾਲਾ, ਕੱਚੀ ਪੁੱਛੋਂ ਤੇ ਮਹਿਣਾ ਪਿੰਡ ਵਿੱਚੋਂ ਆਟਾ ਮੰਗਣਾ ਹੈ। ਸੇਮਾ ਪਿੰਡ ਵਿੱਚੋਂ ਦੁੱਧ ਲੈ ਕੇ ਆਉਣਾ। ਇਹ ਮੰਗੇ ਹੋਏ ਆਟੇ ਨੂੰ ਕਿਸੇ ਦੁਕਾਨ ਕੋਲ ਵੇਚ ਦੇਣਾ। ਇਹਦੀ ਜਿੰਨੀ ਮਾਇਆ ਬਣੇ ਉਸ ਨਾਲ 1 ਸਾਲ ਪੁਰਾਣੀ ਕਣਕ ਤੇ ਖੰਡ, ਘਿਓ, ਦਾਲ ਆਦਿ ਖਰੀਦ ਕੇ ਰੱਖਣੀ। ਪੁਰਾਣੀ ਕਣਕ ਨੂੰ ਸਾਫ਼ ਕਰਕੇ ਧੋਣਾ, ਸੁਕਾ ਕੇ ਫਿਰ ਆਪਣੇ ਹੱਥਾਂ ਨਾਲ ਪੀਣਾ ਹੈ। ਸੋ ਬਾਬਾ ਜੀ ਨੇ ਸੰਤ ਬਹਾਲ ਦਾਸ ਜੀ ਨੂੰ ਉਹਨਾਂ ਦੀ ਉਦਾਸੀ ਸਾਧੂਆਂ ਵਾਲੀ ਪਰੰਪਰਾ ਵਿੱਚ ਹੀ ਰੱਖਿਆ। ਇਸੇ ਤਰ੍ਹਾਂ ਹੋਰ ਵੀ ਸਾਧੂ ਸੰਤ ਚਿੰਤ ਰਾਮ ਜੀ, ਸੰਤ ਸ੍ਰੀ ਰਾਮ ਜੀ, ਜੋ ਬਾਅਦ ਵਿੱਚ ਆਪਣੇ ਆਪ ਨੂੰ ਵੀ ਆਪਣੇ ਇਸ਼ਟ ਜਾਂ ਧਰਮ ਤੋਂ ਪਾਸੇ ਹੋਣ ਲਈ ਨਹੀਂ ਪ੍ਰੇਰਿਆ। ਆਸੇ ਪਾਸੇ ਦੇ ਪਿੰਡਾਂ ਵਿੱਚੋਂ ਆਟਾ ਮੰਗ ਕੇ ਉਸ ਦੀ ਵਰਤੋਂ ਦੀ ਵਿਧੀ ਸਮਝਾ ਕੇ ਆਪਨੇ ਬਹਾਲ ਦਾਸ ਨੂੰ ਕੋਲ ਰਹਿ ਕੇ ਸੇਵਾ ਦੀ ਪਰੰਪਰਾ ਸਮਝਾਈ। ਆਪ ਨੇ ਦੱਸਿਆ ਕਿ ਜਿਸ ਸਮੇਂ ਦੁੱਧ ਜਾਂ ਪ੍ਰਸ਼ਾਦਾ ਲੈ ਕੇ ਮੇਰੇ ਕੋਲ ਆਉਣਾ, ਕੋਈ ਆਵਾਜ਼ ਨਹੀਂ ਦੇਣੀ, ਚੁੱਪਚਾਪ ਆ ਕੇ ਪਿਛਲੇ ਪਾਸੇ ਬੈਠ ਜਾਣਾ ਹੈ। ਅੱਗੇ ਆਪ ਨਹੀਂ ਆਉਣਾ ਤੇ ਨਾ ਹੀ ਕੋਈ ਚੀਜ਼ ਅੱਗੇ ਕਰਨੀ ਹੈ। ਜੋ ਕੁਝ ਖਾਣ ਲਈ ਦੇਈਏ ਉਹੀ ਖਾਣਾ ਹੈ। ਜੇ ਆਗਿਆ ਮਿਲੇ ਤੇ ਘਰ ਜਾਣਾ। ਘਰ ਜਾਂਦੇ ਸਮੇਂ ਰਸਤੇ ਵਿੱਚ ਕੋਈ ਮਿਲੇ ਉਹਦੇ ਨਾਲ ਆਪਣੇ ਬਾਰੇ ਕੋਈ ਗੱਲ ਨਹੀਂ ਕਰਨੀ ਤੇ ਨਾ ਹੀ ਸੁਣਨੀ। ਨਿਤਨੇਮ ਦ੍ਰਿੜ ਇਰਾਦੇ ਨਾਲ ਚਾਲੂ ਰੱਖਣਾ ਹੈ। ਮਗਨ ਹੋ ਕੇ ਰਹਿਤ ਰੱਖਣੀ ਹੈ। ਜੇ ਮਨ ਵਿੱਚ ਕਿਸੇ ਕਿਸਮ ਦਾ ਭਰਮ ਉਤਪੰਨ ਹੋਵੇ ਤਾਂ ਜਿਸ ਸਮੇਂ ਤੇਰੇ ਨਾਲ ਗੱਲਾਂ ਕਰਦੇ ਹੋਈਏ ਉਸੇ ਵੇਲੇ ਦੂਰ ਕਰ ਲੈਣਾ। ਇਸ ਤਰ੍ਹਾਂ ਦੇ ਨਿਯਮਾਂ ਵਿੱਚ ਰਹਿਣਾ। ਇਸ ਹੁਕਮ ਦੀ ਉਲੰਘਣਾ ਨਹੀਂ ਕਰਨੀ। ਸੰਤ ਬਹਾਲ ਦਾਸ ਜੀ ਨੇ ਇਸ ਤਰ੍ਹਾਂ ਸੇਵਾ ਕੀਤੀ। ਹਰ ਸਮੇਂ ਹਾਜ਼ਰ ਰਹਿਣਾ। ਜਿਸ ਵੇਲੇ ਪ੍ਰਸ਼ਾਦੇ ਦਾ ਹੁਕਮ ਆਉਣਾ ਉਸੇ ਹੀ ਤਰ੍ਹਾਂ ਖੰਡ ਪਾਣੀ ਵਿੱਚ ਘੋਲ ਕੇ ਉਸ ਨਾਲ ਆਟਾ ਗੁੰਨ ਕੇ ਰੋਟੀ ਬਣਾਉਣ ਲਈ ਤਿਆਰ ਕਰਨਾ। ਸਿਰਫ ਇੱਕੋ ਪਰੌਂਠਾ ਤਿਆਰ ਕਰਨਾ। ਦੁੱਧ ਪਿੰਡਾਂ ਵਿੱਚੋਂ ਮੰਗ ਕੇ ਲੈ ਆਉਣਾ। ਬਾਬਾ ਜੀ ਨੇ ਕਦੇ ਪਰੌਂਠੇ ਵਿੱਚੋਂ 1 ਬੁਰਕੀ, ਕਦੇ 2 ਸੇਵਨ ਕਰਨੀਆਂ ਤੇ ਕਈ ਦਿਨ ਲੰਘਾ ਲੈਣੇ। ਬਹਾਲ ਦਾਸ ਜੀ ਨੇ ਕਦੇ ਬਾਬਾ ਜੀ ਦਾ ਦਿੱਤਾ ਦੁੱਧ ਵੀ ਛਕ ਲੈਣਾ ਤੇ ਕਦੇ ਆਗਿਆ ਮਿਲਣੀ ਤਾਂ ਘਰ ਆ ਜਾਣਾ। ਕਈ ਵਾਰ ਅੱਧੀ ਰਾਤ ਨੂੰ ਆਉਣ ਲਈ ਬਾਬਾ ਜੀ ਹੁਕਮ ਦਿੰਦੇ ਸਨ। ਆਪ ਸਿਦਕ ਦੇ ਪੱਕੇ ਸਨ। ਹੁਕਮ ਸਿਰ ਮੱਥੇ ਮੰਨਣਾ। ਇੱਕ ਦਿਨ ਬਾਬਾ ਜੀ ਨੇ ਪੁੱਛਿਆ, ਬਹਾਲ ਦਾਸ ਜਾਪ ਕਿੰਨਾ ਕਰਦਾ ਹੈ? ਆਪ ਨੇ ਉੱਤਰ ਦਿੱਤਾ, ਸ਼੍ਰੀ ਚੰਦ ਜੀ ਦਾ ਮੰਤਰ ਸੁਬਾਹ ਤੇ ਸ਼ਾਮ, ਬਾਕੀ ਦਾ ਸਮਾਂ ਮੂਲ ਮੰਤਰ ਦਾ ਜਾਪ ਕਰਦਾ ਹਾਂ। ਬਾਬਾ ਜੀ ਨੇ ਬਚਨ ਕੀਤਾ, ਜਿਸ ਸਮੇਂ ਜਾਪ ਕਰੇ ਚੌਂਕੜੀ ਮਾਰ ਕੇ ਬੈਠਿਆ ਕਰ। ਪਾਠ ਜ਼ਬਾਨੀ ਕਰਨ ਦੇ ਨਾਲ ਹਿਰਦੇ ਅੰਦਰ ਕਰਿਆ ਕਰ। ਹਿਰਦੇ ਅੰਦਰ ਕੀਤੇ ਪਾਠ ਦਾ ਫਲ ਜ਼ਬਾਨੀ ਪਾਠ ਤੋਂ 1000 ਗੁਣਾ ਵੱਧ ਹੁੰਦਾ ਹੈ, ਕਿਉਂਕਿ ਮਨ ਇਕਾਗਰ ਰਹਿੰਦਾ ਹੈ। ਜ਼ਬਾਨੀ ਕਰਨ ਨਾਲ ਮਨ ਚੰਚਲ ਕਿਧਰੇ ਹੋਰ ਵੀ ਫਿਰਦਾ ਰਹਿੰਦਾ ਹੈ। ਇਹ ਬਹੁਤ ਤੇਜ਼ੀ ਨਾਲ ਚੱਲਣ ਵਾਲਾ ਹੈ। ਪਤਾ ਨਹੀਂ ਕਿਸ ਸਮੇਂ ਇੱਥੇ ਬੈਠਿਆਂ ਦਾ ਹਜ਼ਾਰਾਂ ਮੀਲ ਦੂਰ ਚਲਾ ਜਾਵੇ। ਬਹਾਲ ਦਾਸ ਜੀ 7 ਵਚਨ ਕਹਿ ਕੇ ਵਿਧੀ ਅਨੁਸਾਰ ਜਾਪ ਕਰਨ ਲੱਗ ਪਏ। ਕਈ ਦਿਨ ਕੋਸ਼ਿਸ਼ ਕਰਦੇ ਰਹੇ ਚੌਂਕੜਾ ਮਾਰ ਕੇ ਜਾਪ ਕਰਨ ਦੀ, ਪਰ ਮਨ ਨਾ ਮੰਨੇ। ਇੱਕ ਦਿਨ ਫਿਰ ਬਾਬਾ ਜੀ ਪਾਸ ਬੇਨਤੀ ਕਰ ਦਿੱਤੀ, ਮਹਾਰਾਜ ਮੈਨੂੰ ਚੌਂਕੜੀ ਮਾਰ ਕੇ ਬੈਠਣ ਦੀ ਤਕਲੀਫ ਤਾਂ ਘੱਟ ਹੈ, ਪਰ ਮਨ ਨੂੰ ਕਾਬੂ ਕਰਕੇ ਰੱਖਣ ਵਿੱਚ ਤਕਲੀਫ ਹੁੰਦੀ ਹੈ। ਇਹ ਸੁਣ ਕੇ ਬਾਬਾ ਜੀ ਨੇ ਫਰਮਾਇਆ, ਪਹਿਲਾਂ ਮੈਂ ਪੜ੍ਹਦਾ ਹਾਂ, ਮੇਰੇ ਪਿੱਛੇ ਉਸੇ ਤਰ੍ਹਾਂ ਹੀ ਪੰਕਤੀ ਬੋਲਣਾ ਹੈ। ਇਸੇ ਤਰ੍ਹਾਂ ਬਾਬਾ ਜੀ ਅੱਗੇ ਅੱਗੇ ਬੋਲਦੇ ਗਏ ਤੇ ਬਹਾਲ ਦਾਸ ਜੀ ਪਿੱਛੇ ਪਿੱਛੇ।
ਫਿਰ ਕੀ ਸੀ, ਮਹਾਂਪੁਰਖਾਂ ਨੇ ਬਹਾਨਾ ਹੀ ਕੱਢਣਾ ਹੁੰਦਾ ਹੈ ਜਿਸ ਪ੍ਰਾਣੀ 'ਤੇ ਮਿਹਰ ਕਰਨੀ ਹੋਵੇ। ਮਨ ਆਪਣੇ ਆਪ ਹੀ ਬਦਲ ਦਿੰਦੇ ਹਨ। ਇਹਨਾਂ 5-7 ਵਾਰ ਪਿੱਛੇ ਪੜ੍ਹਿਆ ਤੇ ਬਿਰਤੀ ਲੱਗ ਗਈ। ਬਾਬਾ ਜੀ ਨੇ ਹਿਲਾ ਕੇ ਬਿਰਤੀ ਖੋਲ੍ਹੀ ਤੇ ਬਚਨ ਕੀਤਾ, ਆਤਮਿਕ ਅਵਸਥਾ ਦੀ ਪਹਿਲੀ ਪੌੜੀ ਨੂੰ ਤੇਰਾ ਹੱਥ ਪਵਾ ਦਿੱਤਾ ਹੈ, ਹੁਣ ਹੱਥ ਘੁੱਟ ਕੇ ਪਾ ਲੈਣੇ, ਛੱਡੀ ਨਾ। ਬਾਬਾ ਜੀ ਦੇ ਹੁਕਮ ਅਨੁਸਾਰ ਬਹਾਲ ਦਾਸ ਜੀ ਪਿੰਡ ਵਿੱਚੋਂ ਦੁੱਧ ਮੰਗਣ ਜਾਇਆ ਕਰਦੇ ਸਨ। ਜੇਠ ਦਾ ਮਹੀਨਾ ਸੀ, ਦੁੱਧ ਦੀ ਕਾਫੀ ਘਾਟ ਮਹਿਸੂਸ ਹੋਣ ਲੱਗੀ। ਦੁੱਧ ਲੈਣ ਗਏ ਪਰ ਲੋੜ ਅਨੁਸਾਰ ਦੁੱਧ ਨਾ ਮਿਲਿਆ। ਇਸ ਬਾਰੇ ਬਹਾਲ ਦਾਸ ਜੀ ਨੂੰ ਬੜੀ ਚਿੰਤਾ ਹੋਈ। ਉਸ ਦਾ ਉਦਾਸ ਹੋਇਆ ਚਿਹਰਾ ਵੇਖ ਕੇ ਬਾਬਾ ਜੀ ਨੇ ਉਦਾਸੀ ਦਾ ਕਾਰਨ ਪੁੱਛਿਆ। ਬਹਾਲ ਦਾਸ ਜੀ ਨੇ ਦੱਸਿਆ, ਮਹਾਰਾਜ ਦੁੱਧ ਦੀ ਕਮੀ ਹੋ ਗਈ ਹੈ। ਮੇਰੇ ਲਈ ਆਪ ਨੇ ਜੋ ਸੇਵਾ ਲਾਈ ਸੀ ਮੈਂ ਨਿਭਾ ਨਹੀਂ ਸਕਿਆ, ਇਸ ਕਰਕੇ ਮੈਨੂੰ ਚਿੰਤਾ ਹੈ। ਫਿਕਰ ਨਹੀਂ ਕਰਨਾ, ਰੋਜੀ ਦੇਣ ਵਾਲਾ ਆਪੇ ਸਭ ਕੁਝ ਦੇਵੇਗਾ। ਸਭ ਨੂੰ ਤਾਂ ਜੀਵ ਜੰਤੂਆਂ ਦਾ ਫਿਕਰ ਹੈ, ਆਪ ਤਾਂ ਫਿਰ ਵੀ ਮੰਗ ਕੇ ਖਾ ਸਕਦੇ ਹਾਂ। ਇਸ ਤਰ੍ਹਾਂ ਬਹਾਲ ਦਾਸ ਜੀ ਨੂੰ ਹੌਸਲਾ ਦਿੱਤਾ। ਥੋੜ੍ਹੀ ਹੀ ਦੇਰ ਬਾਅਦ ਇੱਕ ਆਜੜੀ ਆ ਗਿਆ। ਬਾਬਾ ਜੀ ਦੇ ਆਸਣ ਨੇੜੇ ਆ ਕੇ ਸੀਸ ਨਿਵਾਇਆ। ਬਾਬਾ ਜੀ ਨੇ ਹਰ ਆਉਣ ਵਾਲੇ ਨਵੇਂ ਮਨੁੱਖ ਦੀ ਮੁਲਾਕਾਤ ਕਰਨ ਦੀ ਕਿਰਿਆ ਅਨੁਸਾਰ ਉਹਦਾ ਨਾਮ ਪੁੱਛਿਆ। ਤੇਰਾ ਨਾਮ ਕੀ ਹੈ? ਉਸਨੇ ਕਿਹਾ, ਫੁੰਮਣ ਕਲਾਲ। ਬਾਬਾ ਜੀ ਨੇ ਪੁੱਛਿਆ, ਇਹ ਬੱਕਰੀਆਂ ਤੇਰੀਆਂ ਹਨ? ਕਿਤਨੀਆਂ ਇਹਨਾਂ ਵਿੱਚ ਦੁੱਧ ਦਿੰਦੀਆਂ ਹਨ? ਇਹ ਸਾਰੀਆਂ ਬੱਕਰੀਆਂ ਮੇਰੀਆਂ ਹਨ ਤੇ ਅੱਧੀਆਂ ਦੁੱਧ ਦਿੰਦੀਆਂ ਹਨ, ਆਜੜੀ ਨੇ ਕਿਹਾ। ਕੁਝ ਸਮਾਂ ਰੁਕਣ ਤੋਂ ਬਾਅਦ ਫੁੰਮਣ ਕਲਾਲ ਤੁਰ ਚੱਲਿਆ। ਬਾਬਾ ਜੀ ਨੇ ਫਿਰ ਕੋਲ ਬੁਲਾ ਕੇ ਪੁੱਛਿਆ, ਕਿੱਧਰ ਜਾ ਰਿਹਾ? ਜੀ ਬੱਕਰੀਆਂ ਨੂੰ ਪਾਣੀ ਪਿਲਾ ਕੇ ਲਿਆਉਣਾ ਹਾਂ। ਜੇ ਕਿਸੇ ਜਗ੍ਹਾ 'ਤੇ ਖੜਾ ਹੋਇਆ, ਆਜੜੀ ਨੇ ਕਿਹਾ। ਬਾਬਾ ਜੀ ਨੇ ਵਿਅੰਗ ਕੱਸ ਕੇ ਕਿਹਾ, ਜੇ ਇੱਥੇ ਹੀ ਪਿਆ ਦੇਈਏ ਤੇ ਕਿੰਨੀਆਂ ਬੱਕਰੀਆਂ ਦਾ ਦੁੱਧ ਦੇਵੇਂਗਾ? ਉਸਨੇ ਉੱਤਰ ਦਿੱਤਾ, 6 ਬੱਕਰੀਆਂ ਦਾ ਜੀ। ਬਾਬਾ ਜੀ ਕਹਿਣ ਲੱਗੇ, ਕੁਝ ਸਮਾਂ ਇੱਥੇ ਹੋਰ ਚੱਕਰ ਲਵਾ ਦੇ ਬੱਕਰੀਆਂ ਦੇ। ਆਸਮਾਨ ਵਿੱਚ ਬੱਦਲ ਹੋਏ ਹਨ, ਸ਼ਾਇਦ ਬਾਰਿਸ਼ ਇੱਥੇ ਹੀ ਹੋ ਜਾਵੇ। ਸਭ ਕੁਝ ਕਰਨਾ ਉਹਨਾਂ ਆਪ ਹੀ ਸੀ, ਪਰ ਪ੍ਰਤੱਖ ਵੀ ਨਹੀਂ ਹੋਣ ਦੇਣਾ ਸੀ। ਕਿਸੇ ਵੀ ਪੁਰਸ਼ ਨੂੰ ਨਾ ਸਮਝ ਆ ਸਕੇ, ਗੱਲ ਸਪਸ਼ਟ ਨਾ ਹੋਣ ਦੇਣੀ। ਕੁਝ ਸਮੇਂ ਬਾਅਦ ਬਾਰਿਸ਼ ਸ਼ੁਰੂ ਹੋ ਗਈ। ਪਾਣੀ ਬੱਕਰੀਆਂ ਦੇ ਪੀਣ ਲਈ ਵਾਧੂ ਹੋ ਗਿਆ। ਆਸ-ਪਾਸ ਦੇ ਟੋਏ ਵੀ ਭਰ ਗਏ। ਮੀਂਹ ਪੈਣ ਤੋਂ ਬਾਅਦ ਆਪ ਨੇ ਆਜੜੀ ਨੂੰ ਕਿਹਾ, ਫੁੰਮਣ ਲਿਆ ਗੁਰਮੁਖਾ, ਸਾਡੇ ਨਾਲ ਕੀਤਾ ਵਾਅਦਾ ਪੂਰਾ ਕਰ ਦੇ। ਫੁੰਮਣ ਕਲਾਲ 6 ਬੱਕਰੀਆਂ ਬਾਬਾ ਜੀ ਕੋਲ ਲੈ ਆਏ ਤੇ ਕਹਿਣ ਲੱਗੇ, ਲਓ ਮਹਾਰਾਜ ਹਾਜ਼ਰ ਹੈ। ਬਾਬਾ ਜੀ ਨੇ ਬਹਾਲ ਦਾਸ ਨੂੰ ਹੁਕਮ ਦਿੱਤਾ, ਬਹਾਲ ਦਾਸ ਬੱਕਰੀਆਂ ਚੋ ਲੈ। ਬਹਾਲ ਦਾਸ ਜੀ ਨੇ ਬੱਕਰੀਆਂ ਚੋ ਲਈਆਂ। ਦੁੱਧ ਬਰਤਨ ਵਿੱਚ ਇਕੱਠਾ ਕਰਕੇ ਬਾਬਾ ਜੀ ਅੱਗੇ ਲਿਆ ਰੱਖ ਦਿੱਤਾ। ਬਾਬਾ ਜੀ ਨੇ ਲੋੜ ਮੁਤਾਬਿਕ ਛਕ ਲਿਆ ਤੇ ਬਾਕੀ ਬਹਾਲ ਦਾਸ ਨੂੰ ਦੇ ਦਿੱਤਾ ਕਿ ਤੂੰ ਵੀ ਛਕ ਲੈ। ਇਸ ਤੋਂ ਬਾਅਦ ਬੱਕਰੀਆਂ ਵਾਲਾ ਤਾਂ ਚਲਾ ਗਿਆ। ਬਾਬਾ ਜੀ ਨੇ ਬਹਾਲ ਦਾਸ ਨਾਲ ਬਚਨ ਕਰਨੇ ਸ਼ੁਰੂ ਕਰ ਦਿੱਤੇ। ਬਹਾਲ ਦਾਸ, ਜੋ ਪਰਮੇਸ਼ਰ ਕਰਦਾ ਹੈ, ਅੱਜ ਦੁੱਧ ਇਹਦੇ ਬਹਾਨੇ ਦਿੱਤਾ, ਕੱਲ੍ਹ ਕਿਸੇ ਹੋਰ ਢੰਗ ਨਾਲ ਦੇ ਦੇਵੇਗਾ।